ਲੈਟ ਸਟਾਰਟ। ਸੋ ਸੈਮੀਕੰਡਕਟਰ ਬੇਟਾ, ਸੋ ਸੈਮੀਕੰਡਕਟਰ ਟੈਕਨੋਲੋਜੀ ਤੁਸੀਂ ਅੱਜ ਦੀ ਡੇਟ ਦੇ ਵਿੱਚ ਦੇਖਦੇ ਹੋ, ਤੁਹਾਡੇ ਕੋਲ ਮੋਬਾਈਲ ਫੋਨਸ ਹੈਗੇ ਆ, ਮੋਬਾਈਲ ਫੋਨਸ ਦੀ ਜਿਹੜੀ ਚਿਪਸ ਹੈਗੀਆਂ ਆਲ ਦੋਜ਼ ਆਰ ਮੇਡ ਅਪ ਆਫ ਸੈਮੀਕੰਡਕਟਿੰਗ ਮਟੀਰੀਅਲਸ। ਸੋ ਤੁਹਾਡੇ ਕੋਲ ਡਾਇਓਡਸ ਹੁੰਦੇ ਆ, ਟਰਾਇਓਡਸ ਹੁੰਦੇ ਆ, ਉਸ ਤੋਂ ਬਾਅਦ ਤੁਹਾਡੇ ਕੋਲ ਪੀਐਨ ਜੰਕਸ਼ਨ ਹੁੰਦਾ ਹੈ, ਉਸ ਤੋਂ ਬਾਅਦ ਬੀਜੇਟੀ ਹੋ ਗਿਆ, ਬੀਜੇਟੀ ਤੋਂ ਬਾਅਦ ਬਾਈਪੋਲਰ ਜੰਕਸ਼ਨ ਟ੍ਰਾਂजिस्टर ਤੋਂ ਬਾਅਦ ਯੂਨੀ ਜੰਕਸ਼ਨ ਟ੍ਰਾਂजिस्टर ਹੋ ਗਿਆ ਬੇਟਾ। ਉਸ ਤੋਂ ਉਹਦੇ ਅਕੋਰਡਿੰਗ ਆਪਣੇ ਕੋਲ ਪੀਐਨ ਡਿਵਾਈਸਿਸ ਆ ਗਏ, ਜਾਂ ਪੀਐਨ ਡਿਵਾਈਸਿਸ ਤੋਂ ਬਾਅਦ ਆਪਣੇ ਕੋਲ ਥਾਇਰਿਸਟਰ ਜਿਹਨੂੰ ਆਪਾਂ ਕਹਿੰਦੇ ਆ ਪੀਐਨ ਡਿਵਾਈਸਿਸ ਨੂੰ। ਉਸ ਤੋਂ ਬਾਅਦ ਆਪਣੇ ਕੋਲ ਕਾਫੀ ਸਾਰੀਆਂ ਵੇਰੀਏਸ਼ਨਸ ਆਉਂਦੀਆਂ। ਸੋ ਸੈਮੀਕੰਡਕਟਰ ਡਿਟੈਕਟਰ ਜਿਹੜੇ ਹੈ ਉਹਦੇ ਵਿੱਚ ਕਾਫੀ ਸਾਰੀਆਂ ਵੇਰੀਏਸ਼ਨਸ ਅਵੇਲੇਬਲ ਹੈ, ਇਕੱਲਾ ਪੀਐਨ ਜੰਕਸ਼ਨ ਡਾਇਓਡ ਨਹੀਂ ਹੈ। So semiconducting material ਜਿਹੜਾ ਹੋਏਗਾ, it will be having a conductivity between metals as well as or insulator। So insulator ਦੇ ਵਿੱਚ ਕੀ ਹੋਏਗਾ, ਕੰਡਕਸ਼ਨ ਬਹੁਤ ਘੱਟ ਹੋਏਗੀ, ਇਲੈਕਟ੍ਰੋਨ ਜ਼ਿਆਦਾ ਫ੍ਰੀਲੀ ਅਵੇਲੇਬਲ ਨਹੀਂ ਹੋਣਗੇ। ਜਿਹੜਾ ਮੈਟਲ ਹੈ, ਮੈਟਾਲਿਕ ਫਾਰਮ ਦੇ ਵਿੱਚ ਕੀ ਹੈ, ਇਲੈਕਟ੍ਰੋਨ ਜਿਹੜੇ ਤੁਹਾਡੇ ਕੋਲ ਹੈ ਉਹ ਫ੍ਰੀਲੀ ਅਵੇਲੇਬਲ ਹੁੰਦੇ ਆ, ਇਸ ਕਰਕੇ ਤੁਹਾਡੇ ਕੋਲ ਇਲੈਕਟ੍ਰੋਨਿਕ ਮੋਸ਼ਨ ਫ੍ਰੀ ਹੋਏਗਾ, ਇਸ ਕਰਕੇ ਕੰਡਕਸ਼ਨ ਪਾਵਰ ਬੈਟਰ ਹੁੰਦੀ ਹੈ। ਜਿਸ ਤਰ੍ਹਾਂ ਕਾਪਰ ਹੈ, ਕਾਪਰ ਦੇ ਵਿੱਚ ਜਿਹੜੀ ਕੰਡਕਸ਼ਨ ਹੈ, ਕੰਡਕਟਿਵਿਟੀ ਕਾਫੀ ਜ਼ਿਆਦਾ ਹੁੰਦੀ ਹੈ, ਇਸ ਕਰਕੇ ਆਪਾਂ ਜਿਹੜੇ ਘਰ ਦੇ ਵਿੱਚ ਵਾਇਰਿੰਗ ਕਰਵਾਉਂਦੇ ਆ ਉਹ ਮੋਸਟਲੀ ਆਪਣੇ ਕੋਲ ਕਾਪਰ ਦੀ ਵਾਇਰਸ ਹੁੰਦੀ ਹੈ। ਜਾਂ ਫਿਰ ਆਪਣੇ ਕੋਲ ਐਲੂਮੀਨੀਅਮ ਦੀ ਵਾਇਰਿੰਗ ਵੀ ਅੱਜਕੱਲ ਕਈ ਜਗ੍ਹਾ ਹੁੰਦੀ ਹੈ। ਲੇਕਿਨ ਆਪਣੇ ਕੋਲ ਜਿਹੜਾ ਇਨਸੂਲੇਟਰ ਹੈ, ਇਨਸੂਲੇਟਰ ਦੇ ਵਿੱਚ ਫ੍ਰੀ ਇਲੈਕਟ੍ਰੋਨਸ ਅਵੇਲੇਬਲ ਨਹੀਂ ਹੈ, ਇਸ ਕਰਕੇ ਉੱਥੇ ਆਪਣੇ ਕੋਲ ਕੋਈ ਵੀ ਕੰਡਕਟਿਵਿਟੀ ਪੋਸੀਬਲ ਨਹੀਂ ਹੋਏਗੀ। ਲੇਕਿਨ ਸੈਮੀਕੰਡਕਟਰ ਜਿਹੜਾ ਹੈ ਇਟ ਇਜ਼ ਇਨ ਬਿਟਵੀਨ ਇਨਸੂਲੇਟਰ ਐਂਡ ਮੈਟਲ, ਇਸ ਕਰਕੇ ਇਹਦੀ ਜਿਹੜੀ ਪ੍ਰੋਪਰਟੀਜ਼ ਹੋਣਗੀਆਂ those will be determined by the in between of intermediate of whether it is insulator or metal। So ਦੋਨਾਂ ਤੋਂ ਥੋੜੀ ਜਿਹੀ ਪ੍ਰੋਪਰਟੀ ਜਿਹੜੀਆਂ ਡਿਫਰੈਂਟ ਹੋਣਗੀਆਂ, it will be something like a sandwich between the two। So introduction ਦਿੱਤੀ ਹੋਈ ਹੈ ਬੇਟਾ, ਸੋ ਉਹਦੇ ਵਿੱਚ ਆਪਾਂ ਥੋੜਾ ਪੜਾਂਗੇ ਇੰਟਰੋਡਕਸ਼ਨ। So every solid conductor of electricity can be classified as either a metal or a semiconductor। So solid conductor ਜਿਹੜਾ ਕਿ ਇਲੈਕਟ੍ਰਿਸਿਟੀ ਨੂੰ ਪਾਸ ਹੋਣ ਲਈ ਦੇ ਰਿਹਾ ਹੈ, ਤੇ ਉਹਦੇ ਵਿੱਚ ਆਪਾਂ ਨੂੰ ਕਲਾਸੀਫਾਈ ਕਰ ਸਕਦੇ ਹਾਂ। We can classify it in two ways, whether it is a metal or a semiconductor। A semiconductor is a insulator। So semiconductor ਜਿਹੜਾ insulator ਦੀ ਫਾਰਮ ਹੁੰਦੀ ਹੈ, ਜਿਹਦੇ ਵਿੱਚ ਤੁਹਾਡੇ ਕੋਲ ਥੋੜੀ ਕੰਡਕਸ਼ਨ ਅਲਾਉਡ ਹੁੰਦੀ ਹੈ। The semiconductor is an insulator in which at room temperature some charge carriers are mobile, and at absolute zero a pure perfect crystal of most semiconductors would be an insulator। So mostly ਆਪਣੇ ਕੋਲ ਕੀ ਹੋਏਗਾ, ਜਿਹੜਾ semiconducting material ਹੈ ਆਪਣੇ ਵਿੱਚ ਜਿਸ ਤਰ੍ਹਾਂ ਆਪਾਂ ਹਾਇਰ ਟੈਂਪਰੇਚਰ ਦੇ ਉੱਪਰ ਰਹਿੰਦੇ, ਜਸ ਲਾਈਕ ਨਾਰਮਲ ਟੈਂਪਰੇਚਰ ਹੈ ਆਪਣੇ ਕੋਲ, ਨਾਰਮਲ ਟੈਂਪਰੇਚਰ ਦਾ ਦੇਖ ਚੱਲੀਏ ਤਾਂ ਆਪਾਂ 30 ਤੋਂ 35 ਡਿਗਰੀ ਸੈਲਸੀਅਸ ਆਪਣਾ ਨਾਰਮਲ ਟੈਂਪਰੇਚਰ ਹੈ। ਲੇਕਿਨ ਇਸ ਟੈਂਪਰੇਚਰ ਦੇ ਉੱਪਰ ਵੀ ਆਪਣੇ ਕੋਲ ਕਾਫੀ ਸਾਰੇ ਇਲੈਕਟ੍ਰੋਨਸ ਫ੍ਰੀਲੀ ਅਵੇਲੇਬਲ ਹੋਣਗੇ ਇਨਸਾਈਡ ਦੀ semiconductor due to excitation energy available from the thermal that is a form of thermal energy। तो thermal energy ਦੀ ਫਾਰਮ ਦੇ ਕਰਕੇ ਆਪਣੇ ਕੋਲ ਜਿਹੜੇ ਇਲੈਕਟ੍ਰੋਨ ਹੈ they will be available for the conduction purposes even at room temperature। लेकिन अगर ਆਪਾਂ ਟੈਂਪਰੇਚਰ ਨੂੰ ਬਹੁਤ ਜ਼ਿਆਦਾ ਲੋ ਕਰ ਦਈਏ just like 0 Kelvin, ਉਸ ਕੇਸ ਦੇ ਵਿੱਚ ਤੁਹਾਡਾ ਜਿਹੜਾ ਸੈਮੀਕੰਡਕਟਰ ਹੈ it will behave like a insulator because ਇਲੈਕਟ੍ਰੋਨ ਦੀ ਕੋਲ sufficient energy ਨਹੀਂ ਹੋਏਗੀ to move freely। तो इलेक्ट्रॉन कभी भी अपने को freely अवेलेबल नहीं होएगा सेमीकंडक्टर के केस में फॉर द केस ऑफ 0 केल्विन। ठीक है जी। सो ये चीज अपने को हैगी। The only difference between a semiconductor and insulator at 0 Kelvin lies in the magnitude of the forbidden gap। ਸੋ ਮੈਟਲ ਦੇ ਕੇਸ ਵਿੱਚ ਕੀ ਹੈ, ਆਪਣੇ ਕੋਲ ਸ਼ਾਇਦ ਤੁਹਾਨੂੰ ਤੁਸੀਂ ਪਹਿਲਾਂ ਪੜਿਆ ਹੋਏਗਾ ਕਿ ਆਪਣੇ ਕੋਲ ਅਗਰ ਸੈਮੀਕੰਡਕਟਰ ਮਟੀਰੀਅਲ ਹੈ, ਸੈਮੀਕੰਡਕਟਰ ਮਟੀਰੀਅਲ ਦੇ ਵਿੱਚ ਕੀ ਹੁੰਦਾ ਹੈ, ਜਿਹੜੇ ਇਲੈਕਟ੍ਰੋਨਸ ਹੈ, ਜਿਹੜੇ ਫੀਲਡ ਸ਼ੈਲਸ ਹੈ ਉਹ ਲੋਅਰ ਸਟੇਟ ਦੇ ਵਿੱਚ ਲਾਈ ਕਰਦੇ ਹੈ, ਐਂਡ ਜਿਹੜੀ ਵੈਕੈਂਟ ਸਟੇਟਸ ਹੈ ਉਹ ਥੋੜਾ ਅਪਰ ਲਾਈ ਕਰਦੀਆਂ, ਐਂਡ ਜਿਹੜੀਆਂ ਫੀਲਡ ਸਟੇਟਸ ਐਂਡ ਵੈਕੈਂਟ ਸਟੇਟਸ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹਨੂੰ ਆਪਾਂ ਫੋਰਬਿਡਨ ਗੈਪ ਕਹਿੰਦੇ ਆ। ਇਹ ਆਉਣ ਵਾਲੇ ਟਾਈਮ ਦੇ ਵਿੱਚ ਵੀ ਪਤਾ ਲੱਗੇਗਾ, ਫਿਗਰਸ ਵਗੈਰਾ ਵੀ ਬਣਾਵਾਂਗੇ। ठीक है। सो अपने कोल बैलेंस बैंड एंड कंडक्शन बैंड मतलब कि जिथे भी बैलेंस बैंड वो है ਜਿਹਦੇ ਵਿੱਚ ਤੁਹਾਡੇ ਕੋਲ ਇਲੈਕਟ੍ਰੋਨਸ ਅਵੇਲੇਬਲ ਹੈ, ਫ੍ਰੀਲੀ ਜਿਹੜਾ ਕੰਡਕਸ਼ਨ ਬੈਂਡ ਹੈ ਉਹ ਹੈ ਜਿਹਦੇ ਵਿੱਚ ਤੁਹਾਡੇ ਕੋਲ ਐਸੇ ਇਲੈਕਟ੍ਰੋਨ ਅਵੇਲੇਬਲ ਨਹੀਂ ਹੈ, ਲੇਕਿਨ ਤੁਸੀਂ ਇਲੈਕਟ੍ਰੋਨਸ ਨੂੰ ਐਕਸਾਈਟੇਸ਼ਨ એનર્ਜੀ ਦੇ ਕੇ ਕੰਡਕਸ਼ਨ ਬੈਂਡ ਦੇ ਵਿੱਚ ਆਪਾਂ ਮਾਈਗ੍ਰੇਟ ਕਰਵਾ ਸਕਦੇ ਹਾਂ, which will be available for the conduction of current or something like that। ठीक है। सो ਸੈਮੀਕੰਡਕਟਰ ਦੇ ਕੇਸ ਵਿੱਚ ਆਪਣੇ ਕੋਲ ਦੋ ਬੈਂਡਸ ਹੋਣਗੇ, ਲੇਕਿਨ ਉਹਨਾਂ ਦੇ ਵਿਚਕਾਰ ਇੱਕ ਡਿਫਰੈਂਟ ਇੱਕ ਬੈਂਡ ਗੈਪ ਦਿੱਤਾ ਹੋਏਗਾ। ਸੋ ਬੈਂਡ ਗੈਪ ਕਿਸ ਆਰਡਰ ਦਾ ਹੋ ਸਕਦਾ ਹੈ, ਇਟ ਮੇ ਬੀ 1 ਇਲੈਕਟ੍ਰੋਨ ਵੋਲਟ, ਇਟ ਮੇ ਬੀ 2 ਇਲੈਕਟ੍ਰੋਨ ਵੋਲਟ ਔਰ ਅਪ ਟੂ 5 to 6 ਇਲੈਕਟ੍ਰੋਨ ਵੋਲਟ। ਅਗਰ ਬੈਂਡ ਗੈਪ ਐਗਜ਼ਿਸਟ ਕਰਦਾ ਹੈ ਵੈਲੈਂਸ ਬੈਂਡ ਐਂਡ ਕੰਡਕਸ਼ਨ ਬੈਂਡ ਦੇ ਵਿਚਕਾਰ ਤਾਂ ਆਪਾਂ ਉਸ ਨੂੰ ਕੀ ਕਹਾਂਗੇ, ਸੈਮੀਕੰਡਕਟਰ ਮਟੀਰੀਅਲ ਕਿਹਾ ਜਾਏਗਾ। लेकिन अगर अपने को बैंड गैप 10 इलेक्ट्रॉन वोल्ट तो ज्यादा हो जाता है तो उस केस में आप कह सकते हैं कि ये इंसुलेटर की फॉर्म है। ठीक है जी। सो अपने को की है difference between semiconductor and insulator at 0 Kelvin lies in the magnitude of the forbidden gap that for example between the highest field valence
band and the first empty band, that is conduction band. So band theory से I hope ਤਾਂ ਤੁਸੀਂ ਪੜ੍ਹੀ ਹੋਏਗੀ properly, chemistry ਵਿੱਚ band theory ਬਣਦੀ ਹੈ ਕਿ ਆਪਣੇ ਕੋਲ ਦੋ ਤਰ੍ਹਾਂ ਦੇ bands ਬਣ ਜਾਂਦੇ ਆ। ਅਗਰ ਆਪਣੇ ਕੋਲ ਇੱਕ ਐਟਮ ਨਹੀਂ ਹੈ atomic, ਅਗਰ ਆਪਣੇ ਕੋਲ mass available ਹੈ ਮਤਲਬ mass का accumulation of atoms ਹੈਗੀ ਹੈ, ਤਾਂ ਉਸ ਕੇਸ ਵਿੱਚ ਆਪਣੇ ਕੋਲ ਜਿਹੜਾ bands ਜਿਹੜੇ energy levels ਹੈ discrete ਨਹੀਂ ਰਹਿੰਦੇ, ਉਸ ਕੇਸ ਵਿੱਚ ਆਪਣੇ ਕੋਲ ਇੱਕ band formation ਹੋ ਜਾਂਦੀ ਹੈ। ਤਾਂ ਉਸ ਤਰ੍ਹਾਂ ਦਾ concept ਤੁਸੀਂ ਪਹਿਲਾਂ ਵੀ chemistry ਵਿੱਚ ਪੜ੍ਹਿਆ ਹੋ ਸਕਦਾ ਹੈ। ਸੋ ਬੈਂਡ ਫਾਰਮੇਸ਼ਨ ਜਿਹੜੀ ਹੈ ਬੈਲੈਂਸ ਬੈਂਡ ਜਿਹਦੇ ਵਿੱਚ ਟੋਟਲੀ ਫਿਲਡ ਇਲੈਕਟ੍ਰੋਨਸ ਹੈ ਐਂਡ ਉਹਦੇ ਉੱਪਰ ਕੀ ਹੋਏਗਾ ਐਮਪਟੀ ਸਟੇਟ ਜਿਹੜੀਆਂ ਉਹ ਕੰਡਕਸ਼ਨ ਬੈਂਡ ਦੇ ਵਿੱਚ ਆਉਂਦੀ ਹੈ। ਲੇਕਿਨ ਆਪਾਂ ਕੀ ਕਰ ਸਕਦੇ ਹਾਂ એનર્ਜੀ ਦੇ ਕੇ ਬੈਲੈਂਸ ਬੈਂਡ ਤੋਂ ਕੰਡਕਸ਼ਨ ਬੈਂਡ ਦੇ ਵਿੱਚ ਇਲੈਕਟ੍ਰੋਨ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ ਵਿਚ ਕੈਨ ਕੰਟਰੀਬਿਊਟ ਟੂ ਦੀ ਕੰਡਕਸ਼ਨ ਆਫ ਡਾਟਾ ਔਰ ਇਲੈਕਟ੍ਰੋਨਿਕ ਕਰੰਟ ਤੁਸੀਂ ਕਹਿ ਸਕਦੇ ਹੋ ਸਮਥਿੰਗ ਲਾਈਕ ਦੈਟ। On the other hand, metals differ from semiconductors in several aspects. So metal ਦੀ ਜਿਹੜੀ properties ਹੈ semiconductor ਤੋਂ ਕਾਫੀ different ਹੁੰਦੀ ਹੈ। The most fundamental and significant difference is that metals conduct electric current by means of mobile negative charge carriers alone, whereas semiconductors conduct electric current by means of two distinct and independent class of mobile charges. One type of charge is positive charge and second one is negative charge. ਹੁਣ ਜਿਹੜੀ ਮੈਟਲ ਦੀ ਕੰਡਕਸ਼ਨ ਹੈ ਉਹਦੇ ਵਿੱਚ ਸਿਰਫ ਤੇ ਸਿਰਫ ਇਲੈਕਟ੍ਰੋਨਸ ਨੂੰ ਹੀ ਮੂਵ ਕਰਦੇ ਆ। ਸੋ ਮੈਂ ਤੁਹਾਨੂੰ ਸਾਰੀ ਜਿਹੜੀ ਪਿਕਚਰ ਹੈ ਹੌਲੀ ਹੌਲੀ ਸਮਝਾਵਾਂਗਾ। ਫਿਲਹਾਲ ਦੀ ਘੜੀ ਤਾਂ ਮੈਂ ਸਿਰਫ ਇਲੈਕਟ੍ਰੋਨਸ ਦੀ ਗੱਲ ਕੀਤੀ ਹੈ, ਲੇਕਿਨ ਲੇਟਰ ਸਟੇਜ ਦੇ ਉੱਪਰ ਮੈਂ ਹੋਲਸ ਦਾ ਕਨਸੈਪਟ ਵੀ ਲੈ ਕੇ ਆਵਾਂਗਾ। ਠੀਕ ਹੈ, ਸੋ ਤੁਸੀਂ ਫਿਲਹਾਲ ਦੀ ਘੜੀ ਸਿਰਫ ਇਲੈਕਟ੍ਰੋਨਸ ਦਾ ਕਨਸੈਪਟ ਡਿਸਕਸ ਕੀਤਾ ਹੋਇਆ। ਮੈਟਲ ਦੇ ਵਿੱਚ ਕੀ ਹੁੰਦਾ, ਜਿਹੜੇ ਇਲੈਕਟ੍ਰੋਨਸ ਹੈ ਉਹ ਫ੍ਰੀਲੀ ਅਵੇਲੇਬਲ ਹੁੰਦੇ ਆ, ਫ੍ਰੀਲੀ ਮੂਵੇਬਲ ਹੁੰਦੇ ਆ। ਇਸ ਕਰਕੇ ਕੀ ਹੈ ਮੈਟਲ ਦੀ ਜਿਹੜੀ ਕੰਡਕਸ਼ਨ ਹੁੰਦੀ ਹੈ ਇਟ ਇਜ਼ ਡਿਊ ਟੂ ਦੀ ਫ੍ਰੀਲੀ ਅਵੇਲੇਬਲ ਮੋਬਾਈਲ ਇਲੈਕਟ੍ਰੋਨ ਚਾਰਜ ਕੈਰੀਅਰਸ। ठीक है, लेकिन होने में की है सेमीकंडक्टर है, सेमीकंडक्टर के केस में दो तरह के चार्ज कैरियर होंगे, वन विल बी पॉजिटिवली चार्ज कैरियर एंड अदर विल बी नेगेटिवली चार्ज कैरियर। ठीक है जी, नेगेटिवली चार्ज कैरियर ਨੂੰ ਆਪਾਂ ਇਲੈਕਟ੍ਰੋਨਸ ਕਹਾਂਗੇ ਐਂਡ ਪੋਜ਼ਿਟਿਵਲੀ ਚਾਰਜ ਕੈਰੀਅਰ ਨੂੰ ਆਪਾਂ ਹੋਲ ਕਹਾਂਗੇ। ਸੋ ਜਿਹੜਾ ਸੈਮੀਕੰਡਕਟਰ ਹੈ ਉਹਦਾ ਇਹ ਵਾਲਾ ਕਨਸੈਪਟ ਹੈ। ਸੋ this distinction lies at the root of the operation of all semiconductor junction devices including diodes and ट्रांजिस्टर्स। तो ਜਿਹੜੀ ਸਾਰੀ ਇਲੈਕਟ੍ਰੋਨਿਕਸ ਹੈ ਜਿਹੜੀ ਸੈਮੀਕੰਡਕਟਰ ਟੈਕਨੋਲੋਜੀ ਨੂੰ ਯੂਜ਼ ਕਰਦੀ ਹੈ ਉਹਦੇ ਵਿੱਚ ਹਮੇਸ਼ਾ ਹੀ ਹੋਲਸ ਐਂਡ ਇਲੈਕਟ੍ਰੋਨਸ ਹੀ ਪਲੇ ਕਰਦੇ ਹੈ। ਸਾਰੀ ਫਿਜ਼ਿਕਸ ਇੱਥੇ ਹੀ ਹੈ। So except at the temperature not much below their melting point, semiconductors have resistivity considerably higher than the good metallic conductors and also much less than the good insulators। मतलब ਕੀ ਹੈ ਜਿਹੜੀ resistivity ਹੋਏਗੀ, ਜਿਹੜੀ properties ਹੋਣਗੀਆਂ something like ਇਸ ਤਰ੍ਹਾਂ resistivity ਹੋਗੀ ਜਾਂ conductivity ਹੋਗੀ, ਉਹ ਸਾਰੀ ਦੀ ਸਾਰੀਆਂ properties metal and इंसुलेटर ਦੇ ਵਿਚਕਾਰ ਲਾਈ ਕਰਨਗੀਆਂ। ਮੈਟਲ ਤੁਹਾਡੀ ਕੀ ਹੈ ਹਾਈਲੀ ਕੰਡਕਟਿਵ ਹੋਏਗੀ, ਇਟ ਮੇ ਬੀ ਟ੍ਰੀਟਡ ਔਨ ਦੀ ਲੈਫਟ ਹੈਂਡ ਸਾਈਡ। ਇੰਸੂਲੇਟਰ ਕੀ ਹੈ ਹਾਈਲੀ ਨਾਨ ਕੰਡਕਟਿਵ ਮਟੀਰੀਅਲ ਹੋਏਗਾ, ਇਟ ਕੈਨ ਬੀ ਪਲੇਸਡ ਔਨ ਦੀ ਰਾਈਟ ਹੈਂਡ ਸਾਈਡ ਐਂਡ ਵੀ ਕੈਨ ਸੈਂਡਵਿਚ the semiconductor in between the two which will be having properties intermediate of the two। मतलब दोनों ਦੇ ਵਿਚਕਾਰ ਦੀਆਂ properties ਹੋਣਗੀਆਂ। The resistivity of semiconductor at room temperature generally is in the range of 1 milliohm to by 1 micro ohm। तो ਜਿਹੜੀ resistivity है वो 10⁻³ मतलब 1 मिली ओम हो गया, उस तो बाद 10⁻⁶ माइक्रो ओम के कॉरस्पॉन्डिंग ओम सेंटीमीटर के कॉरस्पॉन्डिंग आ गया। तो इंटरमीडिएट बिटवीन दी गुड कंडक्टर, गुड कंडक्टर ਦੇ ਵਿੱਚ ਕੀ ਹੋਏਗਾ ਰੈਜ਼ਿਸਟਿविटी ਜਿਹੜੀ ਬਹੁਤ ਥੋੜੀ ਹੋਏਗੀ ਬਿਕॉज ਉਹ ਰੈਜ਼ਿਸਟੈਂਸ ਆਫਰ ਨਹੀਂ ਕਰਦਾ। तो ਇਹਦੇ ਵਿੱਚ ਕੇਸ ਵਿੱਚ ਕੀ ਹੋ ਗਿਆ 1 ਮਾਈਕਰੋ ਓਮ ਸੈਂਟੀਮੀਟਰ। ਸੋ ਇਨਸੂਲੇਟਰ ਦੀ ਕੇਸ ਵਿੱਚ ਕੀ ਹੈ ਰੈਜ਼ਿਸਟਿविटी ਬਹੁਤ ਜ਼ਿਆਦਾ ਹੁੰਦੀ ਹੈ ਬਿਕॉज ਕਰੰਟ ਨੂੰ ਫਲੋ ਹੀ ਨਹੀਂ ਕਰਨ ਦੇਗਾ। ਇਟ ਕੈਨ ਬੀ ਟ੍ਰੀਟਡ ਐਜ਼ 10⁻14 to 10⁻22 ohm centimeter। The electrical resistivity of a semiconductor is usually strongly dependent on temperature। The semiconductors have negative temperature coefficient of resistance। ठीक है जी, तो ये semiconductor है ਇਹਨਾਂ ਦਾ temperature ਦਾ coefficient ਵੀ negative ਆਉਂਦਾ ਹੈ। temperature ਦੀ ਵਧਣ ਦੇ ਨਾਲ ਇਹਨਾਂ ਦੀ conduction ਜਿਹੜੀ ਹੈ ਉਹ ਕਿਸ ਤਰ੍ਹਾਂ behave ਕਰੇਗੀ ਉਹ ਵੀ ਆਪਾਂ ਪਤਾ ਕਰਾਂਗੇ। लेकिन ये metal ਦੇ ਉਲਟਾ ਹੋਏਗਾ। pure और intrinsic semiconductor। सो प्योर इंट्रिंसिक सेमीकंडक्टर ਕਿਹੜਾ ਹੋਏਗਾ ਜਿਹਦੇ ਵਿੱਚ ਆਪਾਂ ਕੋਈ ਵੀ ਇੰਪਿਉਰਿਟੀ ਐਡ ਨਹੀਂ ਕੀਤੀ। ਸੋ ਜਸਟ ਲਾਈਕ ਸਿਲੀਕਨ, ਸਿਲੀਕਨ ਆਪਣੇ ਕੋਲ ਕੀ ਹੈ ਇਹਦਾ ਬੈਂਡ ਗੈਪ ਕਿੰਨਾ ਹੁੰਦਾ ਹੈ ਬੇਟਾ 1.1 ਇਲੈਕਟ੍ਰੋਨ ਵੋਲਟ ਦੇ ਨੇੜੇ ਤੇੜੇ ਹੁੰਦਾ ਹੈ। ਸੋ ਇਹਨੂੰ ਆਪਾਂ ਪਿਓਰ ਸਿਲੀਕਨ ਪਿਓਰ ਸੈਮੀਕੰਡਕਟਰ ਲੈ ਕੇ ਚੱਲਦੇ ਹਾਂ। ਜਸਟ ਲਾਈਕ ਜਰਮੇਨੀਅਮ, ਜਰਮੇਨੀਅਮ ਦਾ ਬੈਂਡ ਗੈਪ 0.74 ਇਲੈਕਟ੍ਰੋਨ ਵੋਲਟ ਦੇ ਬਰਾਬਰ ਹੁੰਦਾ ਹੈ ਐਂਡ ਇਟ ਇਜ਼ ਆਲਸੋ ਪਿਓਰ ਮਟੀਰੀਅਲ। ਇਹਨੂੰ ਆਪਾਂ ਪਿਓਰ ਸੈਮੀਕੰਡਕਟਰ ਦਾ ਨਾਮ ਦਿੰਦੇ ਹਾਂ ਔਰ ਇੰਟ੍ਰਿੰਸਿਕ ਸੈਮੀਕੰਡਕਟਰ ਦਾ ਨਾਮ ਦਿੱਤਾ ਜਾਂਦਾ ਹੈ। So taking into consideration all the physical characteristics of semiconductors, it is very difficult to define a
a semiconductor. So all the parameters ਆਪਾਂ ਲੈ ਕੇ ਚੱਲੀਏ ਤਾਂ ਆਪਾਂ difficult ਹੋ ਜਾਂਦਾ ਹੈ. So on the basis of electrical conductivity, अगर ਆਪਾਂ electrical conductivity ਦਾ basis ਬਣਾਈਏ ਤਾਂ ਉਸ ਕੇਸ ਵਿੱਚ ਕੀ ਹੋਏਗਾ, a semiconductor may be defined as a substance which has resistivity in between the conductors and insulator. So ये चीज ਆਪਾਂ ऑलरेडी डिस्कस कर चुके हैं कि conductivity की होएगी between conductivity और resistivity. तो resistivity ਜਿਹੜੀ semiconductor ਦੇ ਇੱਕ material ਦੇ case ਵਿੱਚ ਹੋਏਗੀ, it will be in between metal and insulator. At 0 Kelvin, resistivity of most of the semiconductors approaches to the resistivity of insulator. ਹੁਣ अगर ਆਪਾਂ temperature ਨੂੰ lower ਕਰਾਂਗੇ ਤਾਂ ਕੀ ਹੋਏਗਾ ਬੇਟਾ, ਇਹ insulator ਵਾਲੀ ਸਾਈਡ ਨੂੰ move ਕਰੇਗਾ, ਅਗਰ temperature ਨੂੰ raise ਕਰਾਂਗੇ ਹੋ ਸਕਦਾ ਇਹ ਆਪਣਾ metal ਵਾਲੀ ਸਾਈਡ ਨੂੰ move ਕਰੇਗਾ, ਜਿਸ ਨੂੰ ਆਪਾਂ ਆਉਣ ਵਾਲੇ ਟਾਈਮ 'ਚ ਜੱਜ ਕਰਾਂਗੇ। ठीक है जी, resistivity it's decreasing with the rise in the temperature of the semiconductor. The elements germanium and silicon are regarded as basic semiconductors. Germanium and silicon है, they are basic semiconducting materials. अपनी अर्थ की क्रस्ट ਦੇ ਵਿੱਚ ਵੀ silicon काफी है, लेकिन ਉਹਨੂੰ प्योरीफाई करना जरूरी है। ठीक है, बिना अनप्योरीफाइड फॉर्म ਜਿਹੜੀ ਹੈ सिलिकॉन ਦੀ that is not working, ਉਹ ਇਸ ਇਲੈਕਟ੍ਰੋਨਿਕ ਗ੍ਰੇਡ ਦੇ ਵਿੱਚ ਨਹੀਂ ਆਏਗੀ, ਉਹ ਇੰਪਿਓਰ ਫਾਰਮ ਹੋਏਗੀ ਜਿਸ ਨੂੰ ਆਪਾਂ ਐਸਾ ਯੂਟਿਲਾਈਜ਼ ਨਹੀਂ ਕਰ ਸਕਦੇ। ਸੋ ਮਿੱਟੀ ਲੈ ਕੇ ਤੁਸੀਂ ਸੈਮੀਕੰਡਕਟਰ ਡਿਵਾਈਸ ਨਹੀਂ ਬਣਾ ਸਕਦੇ ਐਸਾ, ਤੁਹਾਨੂੰ ਸਿਲੀਕॉन ਨੂੰ प्योरीफाई करना पड़ेगा, सिलिकॉन डाइऑक्साइड को कटना पड़ेगा। So in early solid state devices like PN junctions and transistors, germanium has been used, but now it has been replaced entirely by silicon due to its availability in the abundance. So ਆਪਾਂ ਜੋ ਵੀ ਧਰਤੀ ਤੋਂ ਲੈਂਦੇ ਆ ਉਹ ਆਪਾਂ ਕਿੰਨੀ abundance available ਹੈ ਉਹ ਡਿਸਾਈਡ ਕਰੇਗੀ ਕਿ ਆਪਣੀ ਕਾਸਟ ਕਿੰਨੀ ਹੋਏਗੀ। So industrial cost will be decided by the availability of raw material. ठीक है, ਇਹ ਸਾਰੇ ਦਾ ਸਾਰਾ ਫੰਡਾ ਉੱਥੋਂ ਹੀ ਆਏਗਾ। तो सिलिकॉन अपनी अर्थ क्लास ਵਿੱਚ ਜ਼ਿਆਦਾ ਅਵੇਲੇਬਲ ਹੈ ਬਿਕੋਜ਼ ਇਹਦਾ ਐਟੋਮਿਕ ਨੰਬਰ ਕਿੰਨਾ ਹੈ, Z=14। ਜਿੰਨਾ ਜ਼ਿਆਦਾ ਹੈਵੀ ਮਟੀਰੀਅਲ ਐਲੀਮੈਂਟ ਹੋਏਗਾ ਉਹਦੀ ਅਬੰਡੈਂਸ ਉਨੀ ਹੀ ਘੱਟ ਹੋਏਗੀ। ਜਰਮੇਨੀਅਮ ਦਾ ਜਿਹੜਾ ਐਟੋਮਿਕ ਨੰਬਰ ਹੈ ਉਹ 33 ਜਾਂ 32 ਦੇ ਨੇੜੇ ਤੇੜੇ ਹੁੰਦਾ ਮੇਰੇ ਖਿਆਲ ਨਾਲ, if I'm not wrong. So due to its availability in the abundance, so at present the complex integrated circuits are manufactured from silicon. In addition to the elemental semiconductors, some compound semiconductors are also used like cadmium sulfide, gallium arsenide, lead sulfide, lead telluride, indium antimonide, or something like that. सो अपने को ਜਿਹੜੇ ਅੱਜ ਦੀ ਡੇਟ ਦੇ ਵਿੱਚ ਸੈਮੀਕੰਡਕਟਰ ਯੂਜ਼ ਹੁੰਦੇ ਆ ਮੋਸਟਲੀ ਮਿਕਸਡ ਫਾਰਮ ਯੂਜ਼ ਹੁੰਦੀ ਹੈ ਬਿਕੋਜ਼ ਆਪਾਂ ਕੀ ਕਰਦੇ ਆ ਕਿ ਜਰਮੇਨੀਅਮ ਦਾ ਬੈਂਡ ਗੈਪ ਯੂਜ਼ ਪਤਾ ਕਰੀਏ ਤਾਂ 0.74 ਹੈ। ਅਗਰ ਇਹਨੂੰ ਆਪਾਂ ਮੋਡੀਫਾਈ ਕਰਕੇ ਕਿਸੇ ਹੋਰ ਚੈਨਲ ਦੇ ਉੱਪਰ ਲੈ ਕੇ ਜਾਂਦੇ ਆ ਤਾਂ ਸਪੋਜ਼ ਕਰੋ 1.2 ਜਾਂ 1.5 ਜਾਂ 2 ਇਲੈਕਟ੍ਰੋਨ ਵੋਲਟ ਤੱਕ ਬੈਂਡ ਗੈਪ ਲੈ ਕੇ ਜਾਂਦੇ ਆ ਤਾਂ ਉਹਦੀਆਂ ਪ੍ਰੋਪਰਟੀਜ਼ ਬਿਲਕੁਲ ਡਿਫਰੈਂਟ ਹੋਣਗੀਆਂ। ਸੋ ਜਿਹੜੀ ਬੈਂਡ ਗੈਪ ਜਿੰਨਾ ਜ਼ਿਆਦਾ ਹੋਏਗਾ ਉਹਦੀ ਕੋਰਸਪੋਂਡਿੰਗ ਤੁਹਾਡੇ ਕੋਲ ਰੇਡੀਏਸ਼ਨ ਦਾ ਫਰਕ ਆਏਗਾ, ਜਿਹੜੀ ਕੋ ਉਹ ਮਿਟ ਕਰੇਗਾ, ਹੋ ਸਕਦਾ ਉਹ ਰੇਡੀਏਸ਼ਨ ਮਿਟ ਕਰੇ, ਹੋ ਸਕਦਾ ਹੀਟ ਮਿਟ ਕਰੇ, ਹੋ ਸਕਦਾ ਕਿਸੇ ਹੋਰ ਤਰ੍ਹਾਂ ਦੀ ਟ੍ਰਾਂਜੀਸ਼ਨ ਹੋ ਰਹੀ ਹੋਵੇ ਉਸ semiconductor ਦੇ ਕੇਸ ਵਿੱਚ। depending on the band gap of the material ਸਾਰੀਆਂ ਪ੍ਰੋਪਰਟੀਜ਼ ਜਿਹੜੀਆਂ ਹੋਣਗੀਆਂ ਉਹ entirely different ਹੋ ਜਾਣਗੀਆਂ ਅਗਰ ਤੁਹਾਡੇ ਕੋਲ band gap different ਹੋਏਗਾ different ਮਟੀਰੀਅਲਸ ਦੇ ਵਿੱਚ। so cadmium sulfide ਦੀਆਂ ਪ੍ਰੋਪਰਟੀਜ਼ different, gallium arsenide ਦੀਆਂ ਪ੍ਰੋਪਰਟੀਜ਼ different, lead sulfide, lead telluride, indium antimonide or something like that, ਇਹ ਸਾਰੀਆਂ ਜਿਹੜੀ ਪ੍ਰੋਪਰਟੀਜ਼ ਹੋਣਗੀਆਂ ਇਹ ਸਭ ਦੀ ਸਭ different ਹੋਣਗੀਆਂ। so ਕੋਈ ਸੈਮੀਕੰਡਕਟਰ ਕਿਤੇ ਇਨਫਰਾਰੈਡ ਸਪੈਕਟ੍ਰੋਸਕੋਪੀ ਵਿੱਚ ਯੂਜ਼ ਹੋਏਗਾ, मतलब कि ਇਨਫਰਾਰੈਡ ਸੈਂਸਰ ਦੀ ਤਰ੍ਹਾਂ ਕੰਮ ਕਰੇਗਾ, ਕੋਈ UV ਸੈਂਸਰ ਦੀ ਤਰ੍ਹਾਂ ਕੰਮ ਕਰ ਰਿਹਾ ਹੈ, ਕੋਈ ਤੁਹਾਡੇ ਕੋਲ ਕਿਸੇ ਹੋਰ ਵੇ ਦੇ ਨਾਲ ਇੰਪਲੀਮੈਂਟ ਹੋ ਰਿਹਾ ਹੈ, ਕੋਈ ਤੁਹਾਡੇ ਕੋਲ ਐਂਪਲੀਫਾਇਰ ਦੀ ਤਰ੍ਹਾਂ ਕੰਮ ਆ ਰਿਹਾ ਹੈ, ਕੋਈ ਟ੍ਰਾਂਜਿਸਟਰ ਬਣਾਉਣ ਦੇ ਕੰਮ ਆਉਂਦਾ ਹੈ, ਕੋਈ ਤੁਹਾਡਾ ਪਾਵਰ ਟ੍ਰਾਂਜਿਸਟਰ ਬਣਾਏਗਾ, ਕੋਈ ਤੁਹਾਡਾ ਥਾਇਰਿਸਟਰ ਜਾਂ ਕਿਸੇ ਹੋਰ ਤਰੀਕੇ ਨਾਲ ਤੁਹਾਡਾ ਇੰਪਲੀਮੈਂਟ ਹੋਣ ਦੀ ਕੋਸ਼ਿਸ਼ ਕਰੇਗਾ। ਠੀਕ ਹੈ ਜੀ, ਸੋ ਇਸ ਤਰ੍ਹਾਂ ਦੀਆਂ ਪ੍ਰੋਪਰਟੀਜ਼ ਤੁਸੀਂ ਦੇਖ ਸਕਦੇ ਹੋ। So some semiconductors and their application. So germanium ਜਿਹੜਾ ਬੇਟਾ germanium ਆਪਣਾ diodes and early transistor ਦੇ ਵਿੱਚ ਯੂਜ਼ ਹੁੰਦਾ ਹੈ। ठीक है, silicon it is also used in diodes and transistor and integrated circuits. Integrated circuit ਕਿਹੜੇ ਹੋ ਗਏ ਬੇਟਾ, ਜਿਹੜੇ ਵੱਡੇ ਵੱਡੇ ਚਿਪਸ ਲੱਗਦੇ ਜਸ ਲਾਈਕ ਪ੍ਰੋਸੈਸਰ ਹੋ ਗਿਆ, ਪ੍ਰੋਸੈਸਰ ਦੀ ਸਾਰੀ ਕੰਪੋਨੈਂਟਸ ਜਿਹੜੇ ਹੈ ਸਰਕਟ ਡਾਇਗਰਾਮਸ ਉਹਦੇ ਉੱਪਰ ਆਲਰੇਡੀ ਬਣੀਆਂ ਹੁੰਦੀਆਂ ਐਂਡ ਇਟ ਕੈਨ ਪਰਫਾਰਮ ਮਲਟੀਪਲ ਆਫ ਆਪਰੇਸ਼ਨਸ। ठीक है, गैलियम की हो गया एज हाई फ्रीक्वेंसी ट्रांजिस्टर्स, लेजर्स एंड सम स्पेशल डिवाइसेस। तो गैलियम ਜਿਹੜਾ ਹੈ हाई फ्रीक्वेंसी ट्रांजिस्टर ਵਿੱਚ यूज ਹੁੰਦਾ ਹੈ। लेड टेलुराइड की हो गया इंफ्रारेड डिटेक्टर ਦੇ ਵਿੱਚ ਕੰਮ ਆ ਗਿਆ। गैलियम, इरिडियम एंड आर्सेनाइड हाई फ्रीक्वेंसी एंड ऑप्टिकल डिवाइसेस यूज ਹੁੰਦਾ ਹੈ। गैलियम आर्सेनाइड फॉस्फाइड लाइट इमिटिंग डायोड ਦੇ ਵਿੱਚ यूज ਹੁੰਦਾ ਹੈ। ਸੋ ਜਿਹੜੇ LED ਹੈ ਉਹ ਵੀ ਤੁਹਾਡਾ ਇੱਕ ਸੈਮੀਕੰਡਕਟਰ ਡਾਇਓਡ ਹੁੰਦਾ ਹੈ ਜਿਹੜਾ ਕਿ गैलियम आर्सेनाइड एंड फॉस्फाइड ਦਾ ਇੱਕ ਕੰਬੀਨੇਸ਼ਨ ਹੁੰਦਾ ਹੈ। गैलियम ਦਾ ਇੱਕ ਪਾਰਟੀਕੂਲਰ ਪ੍ਰੋਪੋਰਸ਼ਨ ਹੋਏਗਾ, आर्सेनिक ਦਾ ਪਾਰਟੀਕੂਲਰ ਪ੍ਰੋਪੋਰਸ਼ਨ ਹੋਏਗਾ ਐਂਡ ਫਾਸਫੋਰਸ ਦਾ ਪਾਰਟੀਕੂਲਰ ਪ੍ਰੋਪੋਰਸ਼ਨ ਹੋਏਗਾ। ਇਹ ਸਾਰਾ ਡਾਟਾ ਰਿਸਰਚ ਤੋਂ ਇਨਵੋਲਵ ਹੁੰਦਾ ਹੈ।
बिकॉज बहुत सारे लोग एक्स वाई जेड के कोरस्पोंडिंग गैलियम का डाटा जो कंट्रीब्यूशन होंगे एक्स मान लो, आर्सेनिक का वाई मान लो, एंड जो फॉस्फोरस है तो कंपोनेंट अगर आप जेड मान के चलिए तो सारी वेरिएशन चेक होती है। बहुत सारे लोगों ने अपनी लाइफ डेडिकेट की होती है इस चीज़ के ऊपर। तो काफ़ी सारी ऐसी भी मैं भी रिसर्च करता है, लेकिन बाकी सारे भी रिसर्च करते हैं। सो अल्टीमेटली ਜਿਹੜੇ ਹੈਗੇ किते ना किते ये चीज़ें डाटा फिट बैठ जाता है। अगर तुहानू रैड एलईडी चाहिए, येलो एलईडी चाहिए या ब्लू एलईडी चाहिए, उसके कोरस्पोंडिंग तुहानू अपना बैंड गैप अकॉर्डिंगली डिसाइड करना पएगा। उसके कोरस्पोंडिंग तुहानू ये वाली कंपोजिशंस चेंज करनी पैणगियां। हो सकता तुहानू दूसरा सेमीकंडक्टिंग मटीरियल दूसरा कॉम्बिनेशन चूज करना पवे जिहड़ा अगर इत्थे डाटा फिट नहीं बैठता, अगर बैंड गैप इत्थे सुटेबल नहीं होंदा। तो सारी दी सारी ਜਿਹੜੀ ਚੀਜ਼ਾਂ ਇਹ ਤੁਹਾਡੇ ਕੰਮ ਦੀਆਂ ਬੇਟਾ। ਸੋ ਸੈਮੀਕੰਡਕਟਰ ਟੈਕਨੋਲੋਜੀ ਅਗਰ ਤੁਸੀਂ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਇੰਟਰਸਟਿੰਗਲੀ ਸੋਚਣਾ ਚਾਹੀਦਾ ਹੈ। ਸੋ ਸੈਮੀਕੰਡਕਟਰ ਪੋਜੈਸਿਸ ਦੀ ਫੋਲੋਇੰਗ ਕਰੈਕਟਰਿਸਟਿਕ ਪ੍ਰੋਪਰਟੀਜ਼। तो सैमीकंडक्टर ਦੀਆਂ प्रॉपर्टी ਜਿਹੜੀ ਹੈ नीचे ਦਿੱਤੀਆਂ ਹੋਈਆਂ। ਪਹਿਲੀ प्रॉपर्टी ਹੈ बेटा नेगेटिव टेंपरेचर कोएफिशिएंट ऑफ रेजिस्टेंस। मतलब ਕੀ ਹੈ ਜਿਹੜੀ ਰੈਜ਼ਿਸਟਿविटी ਹੈ डिक्रीजेस विद रैपिडली इंक्रीजिंग टेंपरेचर। ਹੁਣ ਇਹਦੇ ਵਿੱਚ ਕੀ ਹੋਏਗਾ ਜਿੱਦਾਂ ਜਿੱਦਾਂ ਟੈਂਪਰੇਚਰ ਇਨਕਰੀਜ਼ ਕਰੇਗਾ, ਟੈਂਪਰੇਚਰ ਇਨਕਰੀਜ਼ ਕਰਨ ਦੇ ਨਾਲ ਸੈਮੀਕੰਡਕਟਰ ਦੇ ਕੇਸ ਵਿੱਚ ਇਲੈਕਟ੍ਰੋਨ ਐਂਡ ਹੋਲ ਪੇਅਰ ਜਨਰੇਟ ਹੋਣਗੇ। ਜਿੰਨੇ ਜ਼ਿਆਦਾ ਹੋਲ ਪੇਅਰ ਜਨਰੇਟ ਹੋਣਗੇ ਉਨੀ ਹੀ ਇਹਦੇ ਵਿੱਚ ਕੰਡਕਸ਼ਨ ਵੱਧ ਜਾਏਗੀ, ਐਂਡ ਕੰਡਕਸ਼ਨ ਵਧੇਗੀ ਤਾਂ ਅਲਟੀਮੇਟਲੀ ਕੀ ਹੋਏਗਾ ਰੈਜ਼ਿਸਟਿविटी डिक्रीज कर देगी। तो इस करके टेंपरेचर ਵਧਣ ਦੇ ਨਾਲ ਰੈਜ਼ਿਸਟਿविटी डिक्रीज करती है। इस करके अपने को नेगेटिव टेंपरेचर कोएफिशिएंट ऑफ रेजिस्टेंस आएगा। तो सेमीकंडक्टर हैव हाई थर्मोइलेक्ट्रिक पावर with signs both positive and negative relative to their metal। so एक मिनट होल्ड रखियो बेटा प्लीज। हाँ जी बेटा। so second point semiconductors have high thermoelectric power with signs both positive and negative relative to the given metal। so semiconductors have high thermoelectric power ਜਿਹਦੇ ਵਿੱਚ ਸਾਈਨ ਪੋਜ਼ਿਟਿਵ ਵੀ ਹੋ ਸਕਦਾ ਹੈ, ਨੈਗੇਟਿਵ ਵੀ ਹੋ ਸਕਦਾ ਹੈ। ਇਹ ਲੇਟਰ ਸਟੇਜ ਉੱਪਰ ਡਿਸਕਸ ਕੀਤਾ ਜਾਏਗਾ ਕੀ ਹੋਏਗਾ ਥਰਮੋਇਲੈਕਟ੍ਰਿਕ ਪਾਵਰ। so their electrical conductivity is very much affected by adding a small amount of impurity। so अगर ਇਹਦੇ ਵਿੱਚ ਕਿਸੇ ਵੀ ਮਟੀਰੀਅਲ ਦੀ impurity ਪਾ ਦੋਗੇ, ਸਪੋਜ਼ ਕਰੋ ਤੁਸੀਂ ਬੋਰੋਨ ਦੀ impurity ਪਾਤੀ ਜਾਂ ਆਰਸੈਨਿਕ ਦੀ impurity ਪਾਤੀ ਸਿਲੀਕਨ ਦੇ ਵਿੱਚ, ਤਾਂ ਉਸ ਕੇਸ ਵਿੱਚ ਤੁਹਾਡੇ ਕੋਲ ਜਿਹੜੇ ਅਗਰ ਮਟੀਰੀਅਲ ਬਣੇਗਾ ਉਹਦੀ ਜਿਹੜੀ ਕੰਡਕਟਿਵਿਟੀ ਹੋਏਗੀ ਟੋਟਲੀ ਡਿਫਰੈਂਟਲੀ ਬਿਹੇਵ ਕਰੇਗੀ। ਹੋ ਸਕਦਾ ਹੈ ਕਿ ਅਗਰ ਬਿਲਕੁਲ ਅਸਟੋਨਿਸ਼ਲੀ ਬਿਲਕੁਲ ਨਵਾਂ ਹੀ ਕੁਝ ਸਟ੍ਰੇਂਜ ਰਿਜ਼ਲਟ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। so processing of addition adding impurities to semiconductor is also known as doping। so doping ਕਰਨ ਦੇ ਨਾਲ impurity ਐਡ ਕਰਨ ਦੇ ਨਾਲ ਜਿਹੜੀ ਮਟੀਰੀਅਲ ਦੀ ਪ੍ਰੋਪਰਟੀਜ਼ ਹੈ ਇਹ ਵਾਸਟ ਵੈਰਾਈਟੀ ਐਗਜ਼ਿਸਟ ਕਰਦੀ ਹੈ। ਸੋ ਅਗਰ ਸਿਲੀਕਨ ਦੇ ਵਿੱਚ ਆਰਸੈਨਿਕ ਦੀ impurity ਪਾ ਦੋਗੇ ਜਾਂ ਸਿਲੀਕਨ ਦੇ ਵਿੱਚ ਫਾਸਫੋਰਸ ਦੀ impurity ਪਾ ਦੋਗੇ ਜਾਂ ਸਿਲੀਕਨ ਦੇ ਵਿੱਚ ਬੋਰੋਨ, ਐਲੂਮੀਨੀਅਮ, ਗੈਲੀਅਮ, ਅਗਰ ਕਿਸੇ ਵੀ ਤਰ੍ਹਾਂ ਦੀ ਇਦਾਂ ਦੀ impurity ਐਡ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਤੁਹਾਡੇ ਕੋਲ ਪ੍ਰੋਪਰਟੀਜ਼ ਵੇਰੀ ਕਰਨਗੀਆਂ। so addition a junction made between a p-type semiconductor and n-type semiconductor shows rectification properties। so rectification properties मतलब अगर p-type ਦਾ ਸਾਡੇ ਕੋਲ semiconductor है, n-type ਦਾ semiconductor है ਤਾਂ ਉਸ ਕੇਸ ਵਿੱਚ ਕੀ ਹੋਏਗਾ ਕਿ ਜਦੋਂ ਆਪਣੇ ਕੋਲ p-n junction diode ਬਣੇਗਾ तो rectify ਕਰਨ ਦੀ properties ਰੱਖਦੇ हैं। मतलब अगर ਇਹਦੇ ਵਿੱਚ AC ਸਿਗਨਲ ਪਾਸ ਕਰੋਗੇ ਤਾਂ ਹੋ ਸਕਦਾ ਹੈ ਅਗਰ ਹੋ ਸਕਦਾ ਪੋਜ਼ਿਟਿਵ ਸਿਗਨਲ ਨੂੰ ਅਲਾਉ ਕਰ ਦੇ, ਹੋ ਸਕਦਾ ਜਿਹੜਾ ਅਗਰ ਨੈਗੇਟਿਵ ਸਿਗਨਲ ਜਿਹੜਾ ਹੈ ਉਹਨੂੰ ਪਾਸ ਨਾ ਹੋਣ ਦੇਵੇ। ਅਗਰ ਇਸ ਤਰ੍ਹਾਂ ਦੀ ਕੁਝ ਪ੍ਰੋਪਰਟੀਜ਼ ਅਗਲੇ ਆਉਣ ਵਾਲੇ टाइम ਦੇ ਵਿੱਚ ਆਪਾਂ डिस्कस ਕਰਾਂਗੇ ਕਿ ਜਿਹੜਾ ਜੰਕਸ਼ਨ ਡਾਇਓਡ ਹੈ ਇਹ ਵਨ ਸਾਈਡ ਫਾਰਵਰਡ ਟਾਈਪ ਬਾਇਸ ਵਿੱਚ ਕੰਡਕਟ ਕਰੇਗਾ ਐਂਡ ਰਿਵਰਸ ਬਾਇਸ ਦੇ ਵਿੱਚ ਇਹ ਕੰਡਕਟ ਨਹੀਂ ਕਰੇਗਾ। ਡੀਸੀ ਸਿਗਨਲ ਲੱਗੇਗਾ ਜਾਂ ਏਸੀ ਸਿਗਨਲ ਲੱਗੇਗਾ ਉਹ ਵੀ ਆਪਾਂ ਗੱਲ ਕਰਾਂਗੇ। तो sensitivity to light either producing a photo voltage or change of resistance। तो ਆਪਣੇ ਫੋਟੋ ਵੋਲਟਾਇਕ ਐਪਲੀਕੇਸ਼ਨ ਵੀ ਸੈਮੀਕੰਡਕਟਰ ਦੀਆਂ ਹੁੰਦੀਆਂ ਹੈ बेटा। ਸਿਲਿਕ ਜਿਹੜਾ ਜਿਸ ਤਰ੍ਹਾਂ ਸੋਲਰ ਸੈੱਲ ਹੈ ਉਹ ਵੀ ਤੁਹਾਡੇ ਕੋਲ ਸੈਮੀਕੰਡਕਟਰ ਫਾਰਮ ਦੇ ਵਿੱਚ ਆਉਂਦਾ ਹੈ, ठीक है जी। वो भी ਇਹਦੀਆਂ ਪ੍ਰੋਪਰਟੀਜ਼ ਹੈ ਸੈਮੀਕੰਡਕਟਰ ਦੀਆਂ। ਉਸ ਤੋਂ ਬਾਅਦ ਕੀ ਹੈ ਰੈਜ਼ਿਸਟਿविटी वेरीज फ्रॉम 10 to -5 to 10⁴ ओम मीटर। ਸੋ ਇਹਦੇ ਵਿੱਚ ਵਾਸਟ ਵੈਰਾਈਟੀ ਅਵੇਲੇਬਲ ਹੈ ਰੈਜ਼ਿਸਟਿविटी ਦੀ। ਸੋ એનર્ਜੀ ਬੈਂਡ ਡਾਇਗਰਾਮ ਜਿਹੜੀ ਤੁਹਾਡੇ ਕੋਲ ਦਿੱਤੀ ਹੋਈ ਹੈ बेटा, बैलेंस बैंड ਦਿੱਤਾ ਹੋਇਆ है, कंडक्शन बैंड ਦਿੱਤਾ ਹੋਇਆ है, सारे ਜਿਹੜੇ बैलेंस न्यूक्लियन है
सॉरी वैलेंस इलेक्ट्रॉन है वो सारे इस लेवल तक इकट्ठे होंगे। उस तो बाद सारे जिहड़ा पार्ट है ये वाला पार्ट है इत्थे कोई भी एनर्जी लेवल अवेलेबल नहीं होएगा। इस तो बाद एनर्जी लेवल्स होंगे लेकिन इन्हां विचकार जिहड़ा बैंड गैप है एक हो सकता है 1 इलेक्ट्रॉन वोल्ट या 2 या 3 इलेक्ट्रॉन वोल्ट तक एग्जिस्ट कर सकता है इन केस ऑफ सेमीकंडक्टर्स। तो इस करके की है अगर आप इथों एक्साइटेशन करवानी है तो वैलेंस बैंड तो की होएगा इलेक्ट्रॉन जिहड़ा है वो अपने होल नूं छड्ड के ऊपर जाएगा विद दी प्रोवाइडेड एक्साइटेशन एनर्जी। एक्साइटेशन एनर्जी किसी भी फॉर्म ਦੇ ਵਿੱਚ ਹੋ ਸਕਦੀ ਹੈ, ਤੁਸੀਂ ਇਲੈਕਟ੍ਰੀਕਲ એનર્ਜੀ ਦੇ ਸਕਦੇ ਹੋ, ਤੁਸੀਂ ਥਰਮਲ એનર્ਜੀ ਦੇ ਸਕਦੇ ਹੋ ਜਾਂ ਕਿਸੇ ਹੋਰ ਆਪਟੀਕਲ એનર્ਜੀ ਦੇ ਨਾਲ ਵੀ ਜਾ ਸਕਦਾ ਹੈ। ਸੋ ਆਪਣੇ ਕੋਲ ਕੀ ਹੈ ਇਲੈਕਟ੍ਰੋਨ ਹੋਲ ਪੇਅਰ ਨੂੰ ਬ੍ਰੇਕ ਕਰਕੇ ਆਪਾਂ ਕੀ ਕਰਾਂਗੇ ਆਪਣਾ ਕੰਡਕਸ਼ਨ ਬੈਂਡ ਦੇ ਵਿੱਚ ਜਿਹੜਾ ਇਲੈਕਟ੍ਰੋਨ ਹੈ ਜਦੋਂ ਮੂਵ ਕਰੇਗਾ ਨੀਚੇ ਹੋਲ ਬਚ ਜਾਏਗਾ, ਉੱਪਰ ਆਪਣੇ ਕੋਲ ਇਲੈਕਟ੍ਰੋਨ ਬਚੇਗਾ ਐਂਡ ਇਹਨੂੰ ਆਪਾਂ ਕੀ ਹੈ ਇਲੈਕਟ੍ਰੋਨ ਐਕਸਾਈਟਡ ਸਟੇਟ ਵਿੱਚ ਪਹੁੰਚ ਜਾਏਗਾ। ਸੋ ਇਹ ਬੈਂਡ ਗੈਪ ਤਾਂ ਦੇ ਇਲੈਕਟ੍ਰੋਨ ਨੂੰ ਘੱਟੋ ਘੱਟ this much of band energy चाहिए है, घट्टो घट इतनी each of energy चाहिए so that it can move from here to here। अगर इलेक्ट्रॉन की एनर्जी इस तो थोड़ी जी भी घट होती है तो इलेक्ट्रॉन इतने कभी भी जंप नहीं कर पाएगा। सो ये ਤੁਹਾਡੇ ਕੋਲ रेजोनेंस स्टेट की तरह होएगा, ਤੁਹਾਡੇ ਕੋਲ इलेक्ट्रॉन की एनर्जी मिनिमम एनर्जी each के बराबर होनी चाहिए तो ਤਾਂ जाके ਤੁਹਾਡਾ इलेक्ट्रॉन ਜਿਹੜਾ ਹੈ ਉਹ कंडक्शन ਦੇ ਵਿੱਚ कंट्रीब्यूट कर सकेगा, अदरवाइज नहीं कर सकेगा। अदरवाइज ਉਹ बॉन्ड फॉर्मेशन ਦੇ ਵਿੱਚ as such ਪਿਆ ਰਹੇਗਾ। ठीक है जी। तो ये चीज़ां सिंपल है बेटा, बाकी चीज़ां ਆਪਾਂ नेक्स्ट टाइम ट्राई करांगे ये किस तरह है किस तरह नहीं, केमिकल बॉन्ड्स किस तरह होंगे, एनर्जी बैंड डायग्राम किस तरह मॉडिफाई होएगी, जिस तरह डोपिंग है ਜਿਹੜੇ डोपिंग ਦੇ ਵਿੱਚ अगर ਆਪਾਂ p टाइप हो गया मटेरियल बन गया ਜਾਂ n टाइप मटेरियल बन गया तो सारियां प्रॉपर्टीज ਆਪਾਂ स्टडी करांगे। तो मैं ਤੁਹਾਨੂੰ ऑलरेडी ਦੱਸਿਆ ਹੋਇਆ बेटा ਜਿਹੜਾ जर्मेनियम है जर्मेनियम ਦਾ बैंड गैप कितना हो गया बेटा 0.7 इलेक्ट्रॉन वोल्ट, सिलिकॉन ਦਾ बैंड गैप 1.9 इलेक्ट्रॉन वोल्ट एंड हाँ जी बेटा की है बेटा आज ऑफ था। हाँ जी बेटा। सो कार्बन के केस ਵਿੱਚ ਆਪਣੇ ਕੋਲ 5.48 ਇਲੈਕਟ੍ਰੋਨ ਵੋਲਟ ਜਿਹੜਾ ਇਹਦਾ ਬੈਂਡ ਗੈਪ ਹੋਏਗਾ। ਸਿਲੀਕਨ ਜਰਮੇਨੀਅਮ ਦਾ ਬੈਂਡ ਗੈਪ 0.74 ਹੋ ਜਾਏਗਾ ਐਂਡ ਜਿਹੜਾ ਸਿਲੀਕਨ ਹੈ ਉਹਦੇ ਕੇਸ ਵਿੱਚ 1.17 ਇਲੈਕਟ੍ਰੋਨ ਵੋਲਟ ਇਹਦਾ ਬੈਂਡ ਗੈਪ ਹੋ ਜਾਏਗਾ ਅਗਰ 300 ਕੈਲਵਿਨ ਦੀ ਗੱਲ ਕਰਦੇ ਹੋ। अगर ਆਪਣੇ ਕੋਲ वैल्यूज वगैरह ਦਿੱਤੀ ਹੋਈ ਹੈ बेटा 300 केल्विन अपने को बैंड गैप की वैल्यू नहीं चेंज कर देगी। 300 केल्विन ये 0 केल्विन की वैल्यू ठीक है। सो 0 केल्विन के ऊपर ਜਿਹੜਾ बैंड गैप है वो पहला ਦਿੱਤਾ ਹੋਇਆ बेटा 300 केल्विन के ऊपर बैंड गैप रिस्पेक्टिवली डिफरेंट होएगा। सो जितना जितना ਤੁਹਾਡਾ ਟੈਂਪਰੇਚਰ ਵੇਰੀ ਕਰੇਗਾ ਉਹਦੇ ਕੋਰਸਪੋਂਡਿੰਗ ਤੁਹਾਡਾ ਬੈਂਡ ਗੈਪ ਵੀ ਇਹਦਾ ਇੱਕ ਫੈਕਟਰ ਹੋਏਗਾ, ਪ੍ਰੋਪੋਰਸ਼ਨਲ ਹੋਏਗਾ, ਇਸ ਕਰਕੇ ਵੇਰੀ ਕਰੇਗਾ। तो जर्मेनियम ਦਾ ਬੈਂਡ ਗੈਪ at 0 केल्विन 0.74 है, at 300 केल्विन it is 0.66 इलेक्ट्रॉन वोल्ट। अगर ਤੁਹਾਡੇ ਕੋਲ ਜਿਹੜਾ ਸਿਲੀਕਨ ਹੈ ਉਹਦਾ ਬੈਂਡ ਗੈਪ 1.17 ਇਲੈਕਟ੍ਰੋਨ ਵੋਲਟ ਹੈ 0 केल्विन ਦੇ ਉੱਪਰ ਤਾਂ 1.12 ਇਲੈਕਟ੍ਰੋਨ ਵੋਲਟ ਆ ਜਾਏਗਾ। ਸੋ ਬੈਂਡ ਗੈਪ ਉਹਦਾ ਘਟ ਜਾਂਦਾ ਹੈ। तो जितना एनर्जी बढ़ेगी ਉਹਦੀ corresponding बैंड गैप ਦੇ ਉੱਪਰ ਵੀ ਆਪਣੇ ਕੋਲ ਫਰਕ ਪਏਗਾ ਹੀ ਪਏਗਾ। So thus in terms of energy band diagram this semiconductor may be defined as those materials which have almost empty conduction band and almost filled valence band with a very narrow band gap or energy gap separating the two। तो एनर्जी गैप अपने को 1 इलेक्ट्रॉन वोल्ट तो लेके 3 इलेक्ट्रॉन वोल्ट या 5 इलेक्ट्रॉन वोल्ट तक हो सकता है। तो उसको ਆਪਾਂ सेमीकंडक्टर मटेरियल ਦਾ नाम देवांगे। ठीक है बेटा। तो थैंक यू वेरी मच। आज सिर्फ इंट्रोडक्टरी, आज के बच्चे घट आए हैं बिकॉज लाइक मेरे को टाइम भी घट सीगा, लिमिटेड सीगा आज। सो आई होप आप लेक्चर लगा सके। सो थैंक यू वेरी मच। बाकी चीजें नेक्स्ट टाइम ट्राई करांगे ਆਪਾਂ। अगर कोई डाउट्स वगैरह है तो बेटा मैनू दस दियो।